Good afternoon, students. So I am Simranjit Singh, your account teacher. So ਅੱਜ ਦਾ ਜਿਹੜਾ ਆਪਣਾ ਟੌਪਿਕ ਆ that is accounting of non-profit organizations. New chapter ਆ ਲਾਸਟ ਚੈਪਟਰ ਆਪਾਂ ਕੰਪਲੀਟ ਕੀਤਾ ਸੀ ਸ਼ੇਅਰ ਕੈਪੀਟਲ ਤੇ ਉਸ ਤੋਂ ਬਾਅਦ ਹੁਣ ਆਪਾਂ ਨਵਾਂ ਚੈਪਟਰ ਸਟਾਰਟ ਕਰ ਰਹੇ ਹਾਂ ਅਕਾਊਂਟਿੰਗ ਆਫ non-profit organizations. ਬਹੁਤ ਇੰਪੋਰਟੈਂਟ ਚੈਪਟਰ ਆ ਤੁਹਾਡੇ ਪ੍ਰੈਕਟੀਕਲ ਪੁਆਇੰਟ ਆਫ View ਤੋਂ ਐਂਡ ਥਿਓਰੈਟੀਕਲ ਪੁਆਇੰਟ ਆਫ View ਤੋਂ ਐਗਜ਼ਾਮ 'ਚ ਇਹਦਾ ਮੋਸਟਲੀ ਕੁਐਸਚਨ ਆ ਜਾਂਦਾ ਵਾ ਥਿਓਰੈਟੀਕਲ भी चांसेस ने एंड प्रैक्टिकल भी चांसेस ने सो बहुत बहुत इंपॉर्टेंट चैप्टर आ सो बेसिक अज दे अपना लैक्चर विच आपां तीन टॉपिक कवर अप कर रहे हैं इस चैप्टर दे फर्स्ट मीनिंग ऑफ नॉन प्रॉफिट ऑर्गेनाइजेशंस फीचर ऑफ नॉन प्रॉफिट ऑर्गेनाइजेशंस एंड डिफरेंस बिटवीन प्रॉफिट अर्निंग ऑर्गेनाइजेशंस एंड नॉन प्रॉफिट अर्निंग ऑर्गेनाइजेशंस सो फर्स्ट ऑफ ऑल मीनिंग ऑफ नॉन प्रॉफिट ऑर्गेनाइजेशंस सो सब तो पहला मीनिंग ਨੂੰ स्टार्ट करने तो पहला आई वुड लाइक टू गिव सम इंट्रोडक्शन अबाउट दिस टॉपिक सो देखो बेटा बेसिकली दो टाइप ਦੀਆਂ ऑर्गेनाइजेशंस एग्जिस्ट करते हैं ऑल ओवर द वर्ल्ड एक ਹੁੰਦੀ ਆ प्रॉफिट अर्निंग ऑर्गेनाइजेशंस ਤੇ ਇੱਕ ਹੁੰਦੀ ਆ नॉन प्रॉफिट अर्निंग ऑर्गेनाइजेशंस प्रॉफिट अर्निंग ऑर्गेनाइजेशन ਦਾ ਮਤਲਬ ਆ ਕਿ ਉਹ ਕੰਪਨੀਆਂ ਉਹ ਬਿਜ਼ਨਸ ਉਹ ਸਾਰੀਆਂ ਫਰਮਸ ਜਿਨ੍ਹਾਂ ਦਾ ਮੇਨ ਮੋਟਿਵ ਪ੍ਰੋਫਿਟ ਅਰਨ ਕਰਨਾ ਵਾ ਉਹ ਕੰਪਨੀਆਂ ਕੀ ਕਰਦੀਆਂ ਨੇ ਕੋਈ ਚੀਜ਼ ਪ੍ਰੋਡਿਊਸ ਕਰਦੀਆਂ ਨੇ ਠੀਕ ਆ ਉਹ ਪ੍ਰੋਡਿਊਸ ਕਰਨ ਤੋਂ ਬਾਅਦ ਉਹਦੇ ਵਿੱਚ ਆਪਣਾ ਸਮ ਪ੍ਰੋਫਿਟ ਐਡ ਕਰਦੀਆਂ ਨੇ ਤੇ ਮਾਰਕੀਟ ਦੇ ਵਿੱਚ ਉਹਨਾਂ ਨੂੰ ਸੇਲ ਕਰਦੀਆਂ ਨੇ ਫੋਰ ਐਗਜ਼ਾਮਪਲ ਆਪਾਂ ਜਿੰਨੀਆਂ ਵੀ ਕੰਪਨੀਆਂ ਦੇਖਦੇ ਹਾਂ ਫੋਰ ਐਗਜ਼ਾਮਪਲ ਆਪਾਂ ਆਪਣੇ ਟੈਲੀਕਮਿਊਨੀਕੇਸ਼ਨ ਦੀ ਗੱਲ ਕਰ ਲਈਏ ਏਅਰਟੈਲ ਜੀਓ ਵੋਡਾਫੋਨ ਆਈਡੀਆ ਥੀਸ ਆਰ ਦਾ ਪ੍ਰੋਫਿਟ ਅਰਨਿੰਗ ਕੰਪਨੀਜ਼ ਇਹਨਾਂ ਦਾ ਮੇਨ ਮੋਟਿਵ ਕੀ ਆ ਕਿ ਪ੍ਰੋਡਕਟ ਬਣਾ ਕੇ ਉਹਦੇ ਵਿੱਚ ਪ੍ਰੋਫਿਟ ਐਡ ਕਰਕੇ ਤੇ ਮਾਰਕੀਟ ਦੇ ਵਿੱਚ ਸੇਲ ਕੀਤਾ ਜਾਵੇ ਪ੍ਰੋਡਕਟ ਸੋ ਇਹਨਾਂ ਦਾ ਮੇਨ ਮੋਟਿਵ ਪ੍ਰੋਫਿਟ ਅਰਨ ਕਰਨਾ ਵਾ ਰੈਦਰ ਕਿ ਸਰਵਿਸ ਪ੍ਰੋਵਾਈਡ ਕਰਵਾਉਣਾ ਬਟ ਟੂ ਅਰਨ ਮੈਕਸਿਮਮ ਟੂ ਮੈਕਸਿਮਮ ਪ੍ਰੋਫਿਟ ਬਾय ਪ੍ਰੋਡਿਊਸਿੰਗ ਗੁੱਡਸ ਐਂਡ ਸਰਵਿਸਿਜ਼ ਓਕੇ ਸੋ ਇਹ ਹੁੰਦੀਆਂ ਨੇ ਪ੍ਰੋਫਿਟ ਅਰਨਿੰਗ ਆਰਗੇਨਾਈਜੇਸ਼ਨਸ ਇਸ ਤੋਂ ਇਲਾਵਾ ਐਜ਼ ਏ ਆਪੋਜ਼ਿਟ ਸਾਈਡ ਆਪਣੇ ਕੋਲ ਇੱਕ ਹੋਰ ਤਰ੍ਹਾਂ ਦੀ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆਪਣਾ ਜਿਹੜਾ ਚੈਪਟਰ ਆ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨਾਲ ਡੀਲ ਕਰਦਾ ਫਸਟ ਆਫ ਆਲ ਇਹਦਾ ਮੀਨਿੰਗ ਸਮਝੋ कि नॉन प्रॉफिट ऑर्गेनाइजेशंस केड़ी ऑर्गेनाइजेशंस सो नॉन प्रॉफिट ऑर्गेनाइजेशंस वो ऑर्गेनाइजेशंस वो कंपनीज वो फर्म्स वो ट्रस्ट ने जिन्हां दा मोटिव प्रॉफिट अर्न करना नहीं हैगा मैं बार बार ये गल कह रहा उन्हां दा मोटिव प्रॉफिट अर्न करना नहीं हैगा उन्हां दा मेन मोटिव की आ सर्विसेज प्रोवाइड करवाना हैल्प करना सोसाइटी दी एजुकेशन प्रमोट करना हैल्थ सर्विसेज ਨੂੰ प्रमोट करना कल्चर ਨੂੰ प्रमोट करना किसी रिलीजन ਨੂੰ प्रमोट करना ਉਹਨਾਂ ਦਾ ਮੋਟਿਵ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਉਹਦੇ ਨਾਲ ਆਪਾਂ ਸੋਸਾਇਟੀ ਨੂੰ ਸਰਵਿਸ ਪ੍ਰੋਵਾਈਡ ਕਰਵਾਈਏ ਸੋਸਾਇਟੀ ਦੀ ਹੈਲਪ ਕਰੀਏ ਸੋਸਾਇਟੀ ਨੂੰ ਅਪਲਿਫਟ ਕਰੀਏ ਠੀਕ ਆ ਸੋ ਆਪਾਂ ਇੱਕ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ ਇਹਦੀ ਜਿਹੜੀ ਡੈਫੀਨੇਸ਼ਨ ਆ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ is an organization established to meet some socially desirable goals and or to render services to its members without the aim of earning profit from its activities. So definition ਤੋਂ ਇੱਕ ਗੱਲ ਆਪਾਂ ਨੂੰ ਕਲੀਅਰ ਹੋ ਰਹੀ ਆ ਕਿ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਉਹ ਕਿਉਂ ਸੈਟਅਪ ਹੋਈਆਂ ਨੇ ਉਹਨਾਂ ਦੀ ਸੈਟਅਪ ਕੀਤੀ ਗਈ ਆ ਉਹਨਾਂ ਨੂੰ ਸਟਾਰਟ ਕੀਤਾ ਗਿਆ ਵਾ ਫॉर ਮੀਟਿੰਗ ਸਮ ਸੋਸ਼ਲੀ ਡਿਜ਼ਾਇਰੇਬਲ ਗੋਲਸ ਸੋਸਾਇਟੀ ਦੇ ਜਿਹੜੇ ਮੇਨ ਗੋਲ ਨੇ ਸੋਸਾਇਟੀ ਦੇ ਵਿੱਚ ਕਿਹਦੀ ਲੋੜ ਆ ਐਜੂਕੇਸ਼ਨ ਦੀ ਲੋੜ ਆ ਸੋਸਾਇਟੀ ਵਾਂਟ medical services society want education society want you can say various other kind of services like culture another religion protection ਹੋਵੇ culture ਦੀ protection ਹੋਵੇ ਠੀਕ ਆ ਉਹਨਾਂ ਦੇ ਲਾਈਕ ਆਰਟ ਉਹਨਾਂ ਨੂੰ ਕੋਈ ਆਪਾਂ ਕੋਈ ਸਕਿੱਲ ਸਿਖਾ ਸਕੀਏ ਸੋ ਸੋਸਾਇਟੀ ਨੂੰ ਇਹਨਾਂ ਚੀਜ਼ਾਂ ਦੀ ਲੋੜ ਆ ਸੋ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜਿਹਨਾਂ ਨੂੰ ਆਪਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਕਹਿੰਦੇ ਆ ਉਹਨਾਂ ਦਾ ਮੇਨ ਗੋਲ ਕੀ ਆ ਕਿ ਉਹ ਸੋਸਾਇਟੀ ਦੇ ਇਹ ਗੋਲ ਨੂੰ ਪੂਰਾ ਕਰਦੇ ਨੇ ਠੀਕ ਆ ਇੱਕ ਤਾਂ ਚੀਜ਼ ਹੋ ਗਈ ਸਮ ਸੋਸ਼ਲੀ ਡਿਜ਼ਾਇਰੇਬਲ ਗੋਲਸ ਅਤੇ ਨਾਲ ਦੀ ਨਾਲ ਇੱਕ ਹੋਰ ਕੰਮ ਕਰ ਸਕਦੇ ਨੇ ਰੈਂਡਰ ਸਰਵਿਸਿਜ਼ ਟੂ ਇਟਸ ਮੈਂਬਰਸ ਕਿਉਂਕਿ ਆਪਾਂ ਇੱਕ ਚੀਜ਼ ਪੜਾਂਗੇ ਕਿ ਜਿਹੜੀਆਂ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਇਹਨਾਂ ਨੂੰ ਸੈਟਅਪ ਕਰਨ ਲਈ ਮੈਂਬਰਸ ਦੀ ਲੋੜ ਪੈਂਦੀ ਆ ਮੀਨਸ ਕਿ ਕੁਝ ਪਰਸਨ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਸਟਾਰਟ ਕਰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਮੈਂਬਰਸ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤੇ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇਹ ਮੈਂਬਰਸ ਨੂੰ ਵੀ ਸਰਵਿਸਿਜ਼ ਪ੍ਰੋਵਾਈਡ ਕਰਾਉਂਦੇ ਨੇ ਲਾਈਕ ਮੈਂਬਰਸ ਤੇ ਆਪਾਂ
ਡਿਪੈਂਡ ਕਰਦਾ ਕਿ ਉਹ ਕਿੱਦਾਂ ਦੀ ਫਰਮ ਆ ਤੇ ਉਹ ਫਰਮ ਦੇ ਅਕੋਰਡਿੰਗ ਮੈਂਬਰਸ ਉਹਨਾਂ ਤੋਂ ਉਹ ਸਰਵਿਸਿਜ਼ ਲਵਾਂਗੇ। ਫੋਰ ਐਗਜ਼ਾਮਪਲ ਆਪਾਂ ਇੱਕ ਪਬਲਿਕ ਲਾਇਬ੍ਰੇਰੀ ਦੀ ਗੱਲ ਕਰ ਲੈਂਦੇ ਹਾਂ। ਪਬਲਿਕ ਲਾਇਬ੍ਰੇਰੀ ਦੇ ਵਿੱਚ ਕੀ ਹੋਊਗਾ, ਮੈਂਬਰਸ ਵਿਦਆਊਟ ਪੇਇੰਗ ਐਨੀਥਿੰਗ ਉੱਥੋਂ ਬੁੱਕਸ ਇਸ਼ੂ ਕਰਵਾ ਸਕਦੇ ਨੇ ਵਿਦਆਊਟ ਪੇਇੰਗ ਐਨੀਥਿੰਗ। ਕੋਈ ਉੱਥੋਂ ਲਾਈਕ ਐਜੂਕੇਸ਼ਨ, ਕੋਈ ਬੁੱਕਸ ਹੋ ਗਏ, ਕੋਈ ਜਰਨਲਸ ਹੋ ਗਏ, ਨਿਊਜ਼ਪੇਪਰ ਹੋ ਗਏ, ਉਹਨਾਂ ਨੂੰ ਉਹ ਵਿਦਆਊਟ ਐਨੀ ਪੇ ਕੀਤੇ ਪੜ੍ਹ ਸਕਦੇ ਨੇ ਕਿਉਂਕਿ ਉਹ ਉਸ ਪਬਲਿਕ ਲਾਇਬ੍ਰੇਰੀ ਦੇ ਮੈਂਬਰਸ ਨੇ। ਠੀਕ ਆ। ਸੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਮੇਨ ਗੋਲ ਕੀ ਆ, ਸੁਸਾਇਟੀ ਦੇ ਗੋਲਸ ਨੂੰ ਪੂਰਾ ਕਰਨਾ, ਸੁਸਾਇਟੀ ਦੀ ਨੀਡ ਨੂੰ ਪੂਰਾ ਕਰਨਾ ਤੇ ਨਾਲ ਦੀ ਨਾਲ ਜਿਹੜੇ ਵੀ ਉਸ ਫਰਮ ਦੇ ਮੈਂਬਰਸ ਹੋਣਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਾਉਣਾ। ਫੋਰ ਐਗਜ਼ਾਮਪਲ ਵੀ ਹੈਵ ਚੈਰੀਟੇਬਲ ਸਕੂਲਸ, ਕਲੱਬਸ, ਚੈਰੀਟੇਬਲ ਹਸਪੀਟਲਸ, ਸਪੋਰਟਸ ਕਲੱਬ, ਪਬਲਿਕ ਲਾਇਬ੍ਰੇਰੀਜ਼, ਆਰਟ ਸੁਸਾਇਟੀਜ਼ ਐਂਡ ਸਟੂਡੈਂਟ ਐਸੋਸੀਏਸ਼ਨਸ। ਸੋ ਇਹ ਐਗਜ਼ਾਮਪਲਸ ਨੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਹੋਰ NGOs, ਯੂ ਕੈਨ ਸੇ NGO ਨੂੰ ਵੀ ਆਪਾਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕਹਿ ਸਕਦੇ ਹਾਂ। ਠੀਕ ਆ। ਫੋਰ ਐਗਜ਼ਾਮਪਲ SGPC ਜਿਹਦੇ ਅੰਡਰ ਆਪਣਾ ਕਾਲਜ ਸਕੂਲ ਵਰਕ ਕਰ ਰਿਹਾ ਵਾ। SGPC ਇਜ਼ ਅ ਚੈਰੀਟੇਬਲ ਟਰਸਟ। ਠੀਕ ਆ। ਜਿਹੜਾ ਡੋਨੇਸ਼ਨ ਦੇ ਬੇਸ ਤੇ ਚੱਲਦਾ ਵਾ, ਫਿਰ ਉਹ ਐਜੂਕੇਸ਼ਨ ਪ੍ਰੋਵਾਈਡ ਕਰਵਾਉਂਦਾ ਬਹੁਤ ਘੱਟ ਕਾਸਟ ਦੇ ਉੱਤੇ। ਉਹਨਾਂ ਦੇ ਲਾਈਕ ਰਿਲੀਜੀਅਸ ਪਲੇਸ ਨੇ, ਹੋਰ ਲਾਇਬ੍ਰੇਰੀਜ਼ ਨੇ, ਹੋਰ ਉਹ ਸੋਸ਼ਲੀ ਵਰਕ ਕਰਦਾ। ਸੋ ਯੂ ਕੈਨ ਸੇ SGPC ਇਜ਼ ਅ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਠੀਕ ਆ। ਉਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ ਚੈਪਟਰ ਆਪਾਂ ਕਿਉਂ ਰੀਡ ਕਰ ਰਹੇ ਹਾਂ, ਚੈਪਟਰ ਨੂੰ ਅੰਡਰਸਟੈਂਡ ਕਰਨ ਦਾ ਮਤਲਬ ਕੀ ਹੈ, ਚੈਪਟਰ ਆਪਾਂ ਨੂੰ ਕਿਉਂ ਇਹ ਜਿਹੜਾ ਚੈਪਟਰ ਤੁਹਾਡੇ ਸਿਲੇਬਸ 'ਚ ਕਿਉਂ ਐਡ ਕੀਤਾ ਗਿਆ। ਬੇਸਿਕ ਚੈਪਟਰ ਨੂੰ ਐਡ ਕਰਨ ਦਾ ਮਤਲਬ ਆ ਕਿ ਆਪਾਂ ਨੂੰ ਇਹ ਪਤਾ ਲੱਗੇ ਕਿ ਜਿੰਨੀਆਂ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਉਹ ਆਪਣੇ ਅਕਾਊਂਟਸ ਕਿਵੇਂ ਮੇਨਟੇਨ ਕਰਦੇ ਨੇ। ਠੀਕ ਆ। ਆਪਣੇ ਬੁੱਕਸ ਆਫ ਅਕਾਊਂਟ ਨੂੰ ਕਿਵੇਂ ਮੇਨਟੇਨ ਕਰਦੇ ਨੇ, ਕਿਵੇਂ ਉਹ ਲਾਈਕ ਪ੍ਰੋਫਿਟ ਸ਼ੋ ਕਰਦੇ ਨੇ, ਕਿਵੇਂ ਉਹ ਬੈਲੈਂਸ ਸ਼ੀਟ ਬਣਾਉਂਦੇ ਨੇ। ਸੇਮ ਲਾਈਕ ਜਿੰਨੇ ਵੀ ਆਪਾਂ ਹੁਣ ਤੱਕ ਟੌਪਿਕ ਕੀਤੇ ਆ ਆਪਾਂ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਪੜ੍ਹੇ ਸੀ। ਆਪਾਂ ਜਰਨਲ ਪੜ੍ਹੀ, ਲੈਜ਼ਰ ਪੜ੍ਹਿਆ, ਟ੍ਰਾਇਲ ਬੈਲੈਂਸ ਪੜ੍ਹਿਆ, ਬੈਲੈਂਸ ਸ਼ੀਟ ਪੜ੍ਹੀ, ਪ੍ਰੋਫਿਟ ਐਂਡ ਲਾਸ ਕਾਊਂਟ, ਹਾਊ ਟੂ ਪ੍ਰਪੇਅਰ ਪ੍ਰੋਫਿਟ ਐਂਡ ਲਾਸ ਕਾਊਂਟ। ਠੀਕ ਹੈ। ਇਹ ਸਾਰੇ ਸ਼ੇਅਰ ਕੈਪੀਟਲ ਵੀ ਆਪਾਂ ਹੁਣੇ ਚੈਪਟਰ ਕੰਪਲੀਟ ਕਰਕੇ ਆਏ ਹਾਂ। ਸੋ ਉਹ ਸਾਰੀਆਂ ਚੀਜ਼ਾਂ ਪ੍ਰੋਫਿਟੇਬਲ ਆਰਗੇਨਾਈਜੇਸ਼ਨਸ ਨਾਲ ਡੀਲ ਕਰਦੇ ਸੀ। ਬਟ ਇਸ ਚੈਪਟਰ ਨੂੰ ਤੁਹਾਡੇ ਸਿਲੇਬਸ 'ਚ ਪਾਉਣ ਦਾ ਮਤਲਬ ਆ ਕਿ ਸਟੂਡੈਂਟਸ ਨੂੰ ਇਹ ਪਤਾ ਲੱਗੇ ਕਿ ਜਿੰਨੇ ਵੀ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨਸ ਨੇ, ਹਾਊ ਦੇ ਮੇਨਟੇਨ देयर ਅਕਾਊਂਟਸ, ਹਾਊ ਦੇ ਲਾਈਕ ਪ੍ਰੋਵਾਈਡ ਇਨਫੋਰਮੇਸ਼ਨ ਟੂ ਮੈਂਬਰਸ ਐਂਡ ਸੁਸਾਇਟੀ ਕਿ ਉਹਨਾਂ ਨੇ ਕਿੰਨੀਆਂ ਅਰਨਿੰਗਸ ਕੀਤੀਆਂ, ਕਿੰਨੇ ਐਕਸਪੈਂਸਿਸ ਕੀਤੇ। ਠੀਕ ਆ। ਸੋ ਦੇਖੋ ਹੁਣ ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰਨ ਕਰ ਰਹੀ ਆ। ਠੀਕ ਆ। ਕੋਈ ਮੰਨ ਲਓ ਚੈਰੀਟੇਬਲ ਸਕੂਲ ਸਟਾਰਟ ਆ, ਚੈਰਿਟੀ ਦੇ ਬੇਸ ਤੇ ਜਿਹੜਾ ਚੈਰੀਟੇਬਲ ਸਕੂਲ ਖੁੱਲਿਆ ਹੋਇਆ ਵਾ। ਹੁਣ ਜਿਹੜਾ ਸਕੂਲ ਆ ਉਹ ਇੱਕ ਤਾਂ ਫੀ ਕਲੈਕਟ ਕਰੂਗਾ, ਨੋ ਡਾਊਟ ਫੀ ਲਊਗਾ ਸਟੂਡੈਂਟਸ ਤੋਂ ਜਿਹੜੇ ਵੀ ਉੱਥੇ ਐਡਮਿਸ਼ਨ ਲੈਣਗੇ। ਬਟ ਫੀ ਦੇ ਨਾਲ ਉਹ ਸਕੂਲ ਨਹੀਂ ਚਲਾ ਸਕਦੇ। ਸਕੂਲਸ ਨੂੰ ਕੀ ਚਾਹੀਦੇ ਨੇ, ਡੋਨੇਸ਼ਨਸ ਚਾਹੀਦੀਆਂ ਨੇ। ਸੋ ਚੈਰੀਟੇਬਲ ਸਕੂਲ ਡੋਨੇਸ਼ਨ ਕਲੈਕਟ ਕਰਦੇ ਨੇ। ਠੀਕ ਆ। ਮੈਂਬਰ ਜਿਹੜੇ ਉਹਨਾਂ ਦੇ ਹੁੰਦੇ ਨੇ ਉਹ ਮੈਂਬਰਸ਼ਿਪ ਫੀ ਦਿੰਦੇ ਨੇ ਸਕੂਲ ਨੂੰ। ਠੀਕ ਆ। ਐਡ ਲਾਈਕ ਔਰ ਯੂ ਕੈਨ ਸੇ ਹਰੇਕ ਸਾਲ ਕੁਛ ਨਾ ਕੁਛ ਚੈਰਿਟੀ, ਕੁਛ ਨਾ ਕੁਛ ਡੋਨੇਸ਼ਨ ਪ੍ਰੋਵਾਈਡ ਕਰਾਉਂਦੇ ਨੇ ਸਕੂਲਸ ਨੂੰ, ਦੈਨ ਉਹ ਸਕੂਲ ਜਿਹੜਾ ਰਨ ਕਰਦਾ। ਠੀਕ ਆ। ਸਮਝ ਗਏ ਨੀ ਗੱਲ ਕਿ ਮੈਂਬਰਸ ਤੋਂ ਉਹ ਪੈਸੇ ਕਲੈਕਟ ਕਰਦੇ ਨੇ, ਪਬਲਿਕ ਤੋਂ ਡੋਨੇਸ਼ਨ ਦੀ ਫਾਰਮ ਦੇ ਵਿੱਚ ਪੈਸਾ ਕਲੈਕਟ ਕਰਦੇ। ਹੁਣ ਤੁਸੀਂ ਆਪ ਸੋਚੋ ਅਗਰ ਉਹ ਸਕੂਲ ਉਹ ਮੈਂਬਰਸ ਨੂੰ ਜਾਂ ਜਨਰਲ ਪਬਲਿਕ ਨੂੰ ਇਹ ਦੱਸੇ ਹੀ ਨਾ ਕਿ ਸਾਡਾ ਕਿੰਨਾ ਖਰਚਾ ਆਇਆ ਪੂਰੇ ਸਾਲ ਦੇ ਵਿੱਚ, ਅਸੀਂ ਕਿੰਨੀ ਅਰਨਿੰਗਸ ਕੀਤੀਆਂ ਸੀਗੀਆਂ, ਕਿੰਨੀ ਡੋਨੇਸ਼ਨ ਕਲੈਕਟ ਕੀਤੀ, ਕਿੰਨੀ ਚੈਰਿਟੀ ਕਲੈਕਟ ਕੀਤੀ, ਇਹਦੇ ਵਿੱਚੋਂ ਕਿੰਨਾ ਖਰਚ ਕਰਤਾ, ਕਿੰਨਾ ਅਸੀਂ ਸਕੂਲ ਟੀਚਰਸ ਨੂੰ ਸੈਲਰੀ ਦੇਤੀ, ਕਿੰਨਾ ਇਲੈਕਟ੍ਰੀਸਿਟੀ ਬਿੱਲ ਦੇਤਾ, ਕਿੰਨੇ ਅਸੀਂ ਹੋਰ ਖਰਚੇ ਕੀਤੇ, ਦੈਨ ਪ੍ਰੋਬਲਮ ਆਊਗੀ। ਇਸ ਲਈ ਚੈਰੀਟੇਬਲ ਸਕੂਲ ਲਈ ਇਹ ਜ਼ਰੂਰੀ ਆ ਕਿ ਉਹ ਬੁੱਕਸ ਨੂੰ ਮੇਨਟੇਨ ਕਰੇ, ਉਹ ਅਕਾਊਂਟਸ ਨੂੰ ਮੇਨਟੇਨ ਕਰੇ, ਸੋ ਡੈਟ ਕਿ ਉਹ ਜਿਹੜਾ ਵੀ ਫਾਈਨੈਂਸ਼ੀਅਲ ਰਿਕਾਰਡ ਉਹ ਮੇਨਟੇਨ ਕਰ ਰੱਖੂਗੀ। ਉਹ ਫਾਈਨੈਂਸ਼ੀਅਲ ਰਿਕਾਰਡਸ ਦੇ ਨਾਲ ਉਹ ਕੀ ਦੱਸੂਗੀ, ਮੈਂਬਰਸ ਨੂੰ ਤੇ ਪਬਲਿਕ ਨੂੰ ਇਹ ਦੱਸੂਗੀ ਕਿ ਅਸੀਂ ਹਾਊ ਮੱਚ ਰੈਵਨਿਊ ਕਿੰਨਾ ਕਲੈਕਟ ਕੀਤਾ, ਕਿੰਨੀ ਅਮਾਊਂਟ ਅਸੀਂ ਰੈਵਨਿਊ ਦੇ ਥਰੂ ਕਲੈਕਟ ਕੀਤੀ, ਕਿੰਨੀਆਂ ਅਰਨਿੰਗਸ ਕੀਤੀਆਂ ਮਤਲਬ ਜਿੰਨੀ ਕਲੈਕਸ਼ਨ ਕੀਤੀ ਪੈਸੇ ਦੀ, ਐਂਡ ਕਿੰਨਾ ਪੈਸਾ ਅਸੀਂ ਡਿਫਰੈਂਟ ਐਕਸਪੈਂਸਿਸ ਕੀਤੇ ਤੇ ਬਾਕੀ ਸਾਡੇ ਕੋਲ ਇੰਨਾ ਪੈਸਾ ਬਚਿਆ ਹੋਇਆ। ਠੀਕ ਆ। ਸੋ ਇਸ ਲਈ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਅਕਾਊਂਟ ਮੇਨਟੇਨ ਕਰਨਾ, ਫਾਈਨੈਂਸ਼ੀਅਲ ਰਿਕਾਰਡ ਪ੍ਰਪੇਅਰ ਕਰਨਾ ਮਸਟ ਆ। ਓਕੇ, ਮਸਟ ਆ। ਅਦਰਵਾਈਜ਼ ਉਹ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਚੱਲ ਨਹੀਂ ਸਕਦੀ। ਕੋਈ ਵੀ
कोई भी मैंबर उन्होंने डोनेशन नहीं देगा, कोई भी पब्लिक उन्होंने चैरिटी नहीं देगा, कहणगे कि ये तो सानूं दसदे नहीं हैगे कि ਅਸੀਂ पैसा कित्थे खर्च रहे हैं, सानूं कितना पैसा आया कितना पैसा खर्चा, की पता ਜਿਹੜੇ ਮੈਂਬਰਸ ਨੇ ਆਪਸ 'ਚ ਖਾ ਹੀ ਰਹੇ ਨੇ ਪੈਸਾ ਨੂੰ, ਹੈ ਨਾ, ਫਰਾਡ ਕਰ ਰਹੇ ਨੇ। ਸੋ ਇਸ ਲਈ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਵੀ ਫਾਈਨੈਂਸ਼ੀਅਲ ਅਕਾਊਂਟਸ ਪ੍ਰਿਪੇਅਰ ਕਰਨੇ ਪੈਂਦੇ ਆ ਲਾਈਕ ਪ੍ਰੋਫਿਟੇਬਲ ਆਰਗੇਨਾਈਜੇਸ਼ਨ। ਬਟ ਜਿਹੜਾ ਇੱਥੇ ਫਾਈਨੈਂਸ਼ੀਅਲ ਅਕਾਊਂਟ ਪ੍ਰਿਪੇਅਰ ਹੋਣਗੇ ਉਹ ਡਿਫਰੈਂਟ ਹੋਣਗੇ। नॉन प्रॉफिट ऑर्गेनाइजेशन के फाइनैशियल अकाउंट टोटली डिफरेंट होंगे प्रॉफिटेबल ऑर्गेनाइजेशन। ठीक है, चलो आप पढ़ रहे हैं थोड़ा जिहा। हाउएवर एवरी टाइप ऑफ ऑर्गेनाइजेशन हैव टू मेंटेन देयर फाइनेंशियल रिकॉर्ड्स either profitable or non-profit organization. Non-profit organization collect revenue from members in the form of donations, fee, charity, subscription and endowment. ये subscriptions एंड इंडाउमेंट वर्ड इंपॉर्टेंट है, इन्होंने मैं ਤੁਹਾਨੂੰ ਬਾਅਦ ਚ ਮੀਨਿੰਗ ਚ ਦੱਸੂਗਾ। ਸਟਿਲ ਤੁਸੀਂ ਇਹਨਾਂ ਨੂੰ ਸਮਝ ਲਓ ਕਿ ਇਹ ਵੀ ਇੱਕ ਤਰ੍ਹਾਂ ਦਾ ਰੈਵਨਿਊ ਹੁੰਦਾ ਜਿਹੜੇ ਉਹ ਮੈਂਬਰਸ ਤੋਂ ਕਲੈਕਟ ਕਰਦੇ ਆ ਤੇ ਜਨਰਲ ਪਬਲਿਕ ਤੋਂ ਕਲੈਕਟ ਕਰਦੇ ਆ। ਸਬਸਕ੍ਰਿਪਸ਼ਨ ਚਲੋ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ। ਸਬਸਕ੍ਰਿਪਸ਼ਨ ਹੁੰਦੀ ਹੈ ਕਿ ਹਰੇਕ ਸਾਲ ਉਸ ਮੈਂਬਰਸ਼ਿਪ ਨੂੰ ਕੰਟੀਨਿਊ ਰੱਖਣ ਦੇ ਲਈ ਜਿਹੜਾ ਮੈਂਬਰਸ ਐਵਰੀ ਈਅਰ ਪੈਸਾ ਦਿੰਦੇ ਨੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ, ਕਿਉਂਕਿ ਜਦੋਂ ਇੱਕ ਵਾਰ ਮੈਂਬਰ ਬਣ ਜਾਂਦੇ ਨੇ ਹਰੇਕ ਸਾਲ ਉਹਨਾਂ ਨੂੰ ਆਪਣੀ ਮੈਂਬਰਸ਼ਿਪ ਕੰਟੀਨਿਊ ਰੱਖਣੀ ਪੈਂਦੀ ਹੈ। अगर वो सबसक्रिप्शन नहीं पे करनगे दैन उन्होंने मैंबरशिप कट्टी जाऊगी। सेम लाइक एंडाउमेंट भी यही इस तरह की फॉर्म ही है। ठीक है, ये रेगुलर बेसिस के उत्ते जिवें 5 साल बाद इकट्ठा पैसा देता, 10 साल बाद इकट्ठा पैसा देता, सो इदा की चीज़ को आप एंडाउमेंट वर्ड यूज करते हैं। ठीक है, सो आप हुणे को गल जिहड़ी गल कीती है कि एक नॉन प्रॉफिट ऑर्गेनाइजेशंस नूं भी अपने फाइनैशियल अकाउंट्स मेनटेन रखने पैंदे ने। क्यों रखने पैंदे ने? बिकॉज नॉन प्रॉफिट ऑर्गेनाइजेशन ਨੂੰ ਵੀ ਮੈਂਬਰਸ ਨੂੰ ਜਨਰਲ ਪਬਲਿਕ ਨੂੰ ਇਹ ਦੱਸਣਾ ਹੁੰਦਾ ਵਾ ਕਿ ਉਹਨਾਂ ਨੇ ਟੋਟਲ ਕਲੈਕਸ਼ਨ ਕਿੰਨੀ ਕੀਤੀ ਹੈ ਰੈਵਨਿਊ ਦੀ ਮੈਂਬਰਸ ਤੋਂ, ਡੋਨੇਸ਼ਨ ਦੀ ਫਾਰਮ 'ਚ ਕਿੰਨਾ ਪੈਸਾ ਕਲੈਕਟ ਕੀਤਾ, ਫੀ ਦੀ ਫਾਰਮ 'ਚ ਕਿੰਨਾ ਪੈਸਾ ਕਲੈਕਟ ਕੀਤਾ, ਚੈਰਿਟੀ, ਸਬਸਕ੍ਰਿਪਸ਼ਨ ਐਂਡ endowment ਦੀ ਫਾਰਮ 'ਚ ਕਿੰਨਾ ਪੈਸਾ ਕਲੈਕਟ ਕੀਤਾ। ਸੋ ਦੈਟਸ ਵਾਈ a non-profit organization have to maintain its financial records and books। so ਇਸ ਲਈ ਇਹ ਚੈਪਟਰ ਤੁਹਾਡੇ ਸਿਲੇਬਸ ਦੇ ਵਿੱਚ ਐਡ ਕੀਤਾ ਗਿਆ। ਆਈ ਹੋਪ ਕਿ ਤੁਹਾਨੂੰ ਟੌਪਿਕ मीनिंग समझ आ जा हो गया होगा तो एक नॉन प्रॉफिट ऑर्गेनाइजेशन क्यों अपने फाइनैशियल अकाउंट को मेनटेन रखती है वो चीज़ अंडरस्टैंड तुसी करके हो। नेक्स्ट नाउ वी आर गोइंग टू डिस्कस द फीचर्स ऑफ नॉन प्रॉफिट ऑर्गेनाइजेशंस। की फीचर्स ने, फीचर्स मतलब करैक्टरिस्टिक्स कह लो, फीचर्स कह लो, इत्थे तुहानूं होर क्लीयर कट मीनिंग पता लग जाऊगा कि नॉन प्रॉफिट ऑर्गेनाइजेशन का मीनिंग की है। So first characteristics or first feature is a social organization। So as we already discussed कि non-profit organization क्यों setup हुई ਹੁੰਦੀ है? social goal ਨੂੰ complete ਕਰਨ ਲਈ, poors ਦੀ help ਕਰਨ ਦੇ ਲਈ in the form of providing education, medical services ਜਾਂ any other services। so main ਇਹ ਇੱਕ social organization ਹੈ। ਠੀਕ ਆ, setup ਕਿਉਂ ਕੀਤੀ ਗਈ ਹੈ? society ਦੇ goals ਨੂੰ complete ਕਰਨ ਦੇ ਲਈ and जिन्हें भी पुअर ने उन्होंने हेल्प कर। तो सेकंड इज ए सर्विस मोटिव। तो सर्विस मोटिव मीनस प्रोवाइड सर्विसेज टू द मैंबर्स एंड सोसाइटी। सो इहदा मेन मोटिव की है कि जिहड़े भी उस ऑर्गेनाइजेशन के मैंबर्स ने एंड सोसाइटी है उन्होंने कोई ना कोई सर्विस दी जाए। सर्विसेज इन द फॉर्म ऑफ प्रोवाइडिंग एजुकेशन, सर्विसेज इन द फॉर्म ऑफ प्रोवाइडिंग मैडिकल सर्विस। थर्ड इज ए सोर्स ऑफ फाइनांस। पैसा कित्थों आउंदा? इन्हां ऑर्गेनाइजेशन नूं पैसा कित्थों मिलदा? ठीक है, क्योंकि ये ऑर्गेनाइजेशन कोई प्रोडक्ट तो बनाउंदी नहीं है कि प्रोडक्ट बना के उन्हें मार्केट 'ਚ सेल किया जाए। द मेन सोर्स ऑफ फाइनांस इज फ्रॉम चैरिटीज, फ्रॉम डोनेशंस, फ्रॉम एंट्री फी, फ्रॉम मैंबरशिप फी एंड सबसक्रिप्शन। तो चैरिटी की फॉर्म दे विच, डोनेशन की फॉर्म दे विच, एंट्री फी जिहड़े मैंबर्स तो लैंदे ने कि तुहानूं असीं मैंबर बनावांगे, पहलां एंट्री फी पे करो, मैंबरशिप फी हो सकती, सबसक्रिप्शन जी एवरी ईयर मैंबर्स को पे करनी पैंदी है। सो इस इन्हां सारियां फॉर्म के थ्रू वो जिहड़ा पैसा वा वो कलैक्ट करते। नैक्सट फोर्थ वन इज नो प्रॉफिट अर्निंग ऑब्जेक्टिव। सो एज वी ऑलरेडी डिस्कस्ड, एज आई ऑलरेडी टोल्ड यू कि नॉन प्रॉफिट ऑर्गेनाइजेशन का मेन मोटिव प्रॉफिट अर्न करना नहीं है। देयर मेन मोटिव इज टू प्रमोट एजुकेशन, आर्ट, साइंस, कल्चर, रिलीजन एक्सेट्रा। मीन्स the main objective of non-profit organization is to meet the social goals, to help the poor people by providing education, medical services, okay, promote culture, art, science, religion। so main इन्हां दा ये objective है rather to earn profit। next accounts, not prepare profit and loss account and balance sheet। so ਆਪਾਂ ਗੱਲ ਹੁਣੇ ਗੱਲ ਕੀਤੀ ਹੈ ਕਿ accounts ਤਾਂ prepare ਕਰਨੇ ਪੈਂਦੇ ਨੇ non profit organizations ਨੂੰ, but not
to prepared profit and loss account and balance sheet. So ਇਹਨਾਂ ਨੂੰ ਐਸ ਸੱਚ ਉਦਾਂ ਦੀ ਬੈਲੈਂਸ ਸ਼ੀਟ ਨਹੀਂ ਬਣਾਉਣੀ ਪੈਂਦੀ, ਐਸ ਸੱਚ ਉਵੇਂ ਦਾ ਪ੍ਰੋਫਿਟ ਐਂਡ ਲਾਸ ਅਕਾਊਂਟ ਨਹੀਂ ਬਣਾਉਣਾ ਪੈਂਦਾ। ਇਹਨਾਂ ਦੇ ਅਕਾਊਂਟਸ ਟੋਟਲੀ ਡਿਫਰੈਂਟ ਹੁੰਦੇ ਨੇ, ਉਹ ਆਪਾਂ ਅਗਲੇ ਨੈਕਸਟ ਲੈਕਚਰਸ ਦੇ ਵਿੱਚ ਪੜਾਂਗੇ। ਫਾਰਮ ਕਿਸ ਫਾਰਮ ਦੇ ਵਿੱਚ ਸੈਟਅਪ ਹੁੰਦੇ ਨੇ, ਜਿਵੇਂ ਆਪਾਂ ਗੱਲ ਕਰੀਏ ਇੱਕ ਪ੍ਰੋਫਿਟੇਬਲ ਆਰਗੇਨਾਈਜੇਸ਼ਨ, ਸੋ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਕੰਪਨੀ ਦੀ ਫਾਰਮ ਚ ਸੈਟਅਪ ਹੋ ਸਕਦੀ ਆ, ਓਕੇ, ਫਰਮ ਦੀ ਫਾਰਮ ਚ ਸੈਟਅਪ ਹੋ ਸਕਦੀ ਆ, ਜਾਂ ਤੁਸੀਂ ਕਹਿ ਲਓ ਕਿ ਆਰਗੇਨਾਈਜੇਸ਼ਨ ਦੀ ਫਾਰਮ ਚ ਸੈਟਅਪ ਹੋ ਸਕਦੀ ਆ। ਬਟ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੀ ਉਹ ਸੈਟਅਪ ਹੁੰਦੀ ਆ ਇਨ ਦਾ ਫਾਰਮ ਆਫ ਸੁਸਾਇਟੀਜ਼, ਟਰਸਟ ਐਂਡ ਕਲੱਬਸ। ਸੋ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਚੈਰਿਟੀ ਸੁਸਾਇਟੀ ਦੀ ਫਾਰਮ ਦੇ ਵਿੱਚ, ਟਰਸਟ ਦੀ ਫਾਰਮ ਦੇ ਵਿੱਚ ਐਂਡ ਕਲੱਬਸ ਦੀ ਫਾਰਮ ਦੇ ਵਿੱਚ ਇਹਨਾਂ ਦੇ ਸੈਟਅਪ ਹੁੰਦੇ। ਦੈਨ ਫੰਡਿੰਗ, ਨੈਕਸਟ ਵਨ ਇਜ਼ ਫੰਡਿੰਗ। ਸੋ ਫੰਡਿੰਗ ਕਿੱਥੋਂ ਹੁੰਦੀ ਹੈ? ਕਲੈਕਟਡ ਡੋਨੇਸ਼ਨਸ, ਕੰਟਰੀਬਿਊਸ਼ਨ ਫਰੋਮ ਮੈਂਬਰਸ ਐਂਡ ਆਊਟਸਾਈਡ। ਸੋ ਆਲਰੇਡੀ ਆਪਾਂ ਇਹ ਡਿਸਕਸ ਕਰ ਚੁੱਕੇ ਹਾਂ ਕਿ ਮੇਨ ਫੰਡਿੰਗ ਕਿੱਥੋਂ ਆਉਂਦੀ ਹੈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਤੋਂ, ਲਾਈਕ ਯੂ ਕੈਨ ਸੇ ਡੋਨੇਸ਼ਨ ਤੋਂ ਮਿਲਦੀ ਆ, ਕੰਟਰੀਬਿਊਸ਼ਨ ਫਰੋਮ ਮੈਂਬਰਸ ਤੋਂ ਐਂਡ ਆਊਟਸਾਈਡਰਸ। Okay, so these are the main features of non-profit organizations. Social organization, service motive, source of finance, non-profit earning, accounts, form, funds. Now next is the difference between non-profit organization and a profitable organization. दोनों ਦੇ ਵਿੱਚ ਕੀ ਫਰਕ ਆ? So basic is the first is objective. So the main objective of non-profitable organization is to service is the main objective. Their main objective is to provide services to the society. But profitable organization the main objective क्या? To earn profit. Next net result, मतलब ਜਿਹੜਾ ਵੀ ਉਹ ਕੰਮ ਕਰਦੇ ਨੇ ਉਹਦਾ ਰਿਜ਼ਲਟ ਕੀ ਨਿਕਲ ਕੇ ਆਉਂਦਾ। ਸੋ ਪਹਿਲਾਂ ਆਪਾਂ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਦੀ ਗੱਲ ਕਰ ਲੈਂਦੇ ਹਾਂ। ਜਿਹੜੀ ਵੀ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਹੋਊਗੀ ਉਹਦਾ ਐਂਡ ਰਿਜ਼ਲਟ ਕੀ ਹੋਊਗਾ ਕਿ ਉਹ ਉਹਨਾਂ ਦੀ ਐਕਟੀਵਿਟੀਜ਼ ਤੋਂ ਐਟ ਦੀ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਉਹਨਾਂ ਨੂੰ ਜਾਂ ਤਾਂ ਪ੍ਰੋਫਿਟ ਹੋਊਗਾ ਜਾਂ ਲਾਸ ਹੋਊਗਾ। ਆਪਾਂ ਹੀ ਕੈਲਕੂਲੇਟ ਕਰਦੇ ਹਾਂ ਨਾ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾ ਕੇ। ਸੋ ਜਾਂ ਤਾਂ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਨੂੰ ਪ੍ਰੋਫਿਟ ਹੁੰਦਾ ਵਾ ਜਾਂ ਲਾਸ ਹੁੰਦਾ ਵਾ। ਬਟ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨਸ ਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਨਹੀਂ ਹੁੰਦਾ, ਕਿਉਂਕਿ ਪ੍ਰੋਫਿਟ ਤਾਂ ਅਰਨ ਹੀ ਨਹੀਂ ਕਰਦੇ। ਉਹਨਾਂ ਨੂੰ ਜਾਂ ਤਾਂ ਸਰਪਲਸ ਹੁੰਦਾ ਵਾ ਜਾਂ ਡੈਫੀਸਿਟ ਹੁੰਦਾ। ਤਾਂ ਸਰਪਲਸ ਕੀ ਹੈ? ਸਰਪਲਸ ਆ ਕਿ ਜਦ ਰੈਵਨਿਊ ਜ਼ਿਆਦਾ ਹੋਵੇ, ਜਿਹੜਾ ਵੀ ਉਹਨਾਂ ਨੇ ਰੈਵਨਿਊ ਦੀ ਕਲੈਕਸ਼ਨ ਕੀਤੀ ਉਹ ਜ਼ਿਆਦਾ ਹੋਵੇ, ਜਿਹੜੇ ਐਂਡ ਐਕਸਪੈਂਡੀਚਰ ਕੀਤੇ ਉਹ ਘੱਟ ਹੋਣ। ਸੋ ਇਫ ਦ ਰੈਵਨਿਊ ਇਜ਼ ਮੋਰ ਦੈਨ ਐਕਸਪੈਂਡੀਚਰ then they got surplus, and if revenue is less than expenditure then they face deficit। मतलब कि उन्होंने पैसा घट कलैक्ट किया बट खर्चा ज़्यादा हो गया, सो उन्होंने डेफिसिट हो गया। नैक्सट फाइनल अकाउंट्स। सो प्रॉफिटेबल ऑर्गेनाइजेशन पहला पढ़ लेने। सो प्रॉफिटेबल ऑर्गेनाइजेशन मेन किहड़े अकाउंट बनाते हैं? प्रॉफिट एंड लॉस अकाउंट एंड बैलेंस शीट। बट नॉन प्रॉफिटेबल ऑर्गेनाइजेशन प्रॉफिट एंड लॉस अकाउंट नहीं बनाउणगीਆਂ क्योंकि वो प्रॉफिट अर्न नहीं करते। सो उन्होंने अकाउंट्स होंगे रिसीट एंड पेमेंट अकाउंट, इनकम एंड एक्सपेंडिचर अकाउंट एंड बैलेंस शीट। ये ਜਿਹੜੇ ਤਿੰਨ मेन अकाउंट ने आप नैक्सट लैक्चर च पढ़ने ने, बहुत इन्होंने डीपली पढ़ना। मेन इन्होंने ही प्रैक्टिकल क्वेश्चन या थैटिकल क्वेश्चन थोड़ा आना वा। सो याद रखियो 3 मेन अकाउंट्स ने नॉन प्रॉफिटेबल ऑर्गेनाइजेशन के, रिसीट एंड पेमेंट अकाउंट, इनकम एंड एक्सपेंडिचर अकाउंट एंड बैलेंस शीट। सो फंड्स कितों कलैक्शन होंगी है? एज आई ऑलरेडी डिस्कस्ड एंड टोल्ड यू, डोनेशन की फॉर्म के, चैरिटीज की फॉर्म के, एंट्री फी की फॉर्म के एंड मैंबरशिप की फॉर्म के नॉन प्रॉफिटेबल ऑर्गेनाइजेशन में फंड्स मिलते हैं। दैन प्रॉफिटेबल ऑर्गेनाइजेशन कंट्रीब्यूशन फ्रॉम ऑनर्स पैसा लगाते हैं, जिमें शेयर कैपिटल की फॉर्म के, जिमें आप पढ़िया कि जो पैसा लगाते हैं कैश अकाउंट डेबिट टू शेयर कैपिटल। सो शेयर कैपिटल की फॉर्म के एंड सरप्लस प्रॉफिट जोड़ा उन्होंने अपनी एक्टिविटीज़ तो प्रॉफिट होया होंगे, जो बच जाता प्रॉफिट दैन उन्होंने अगले साल के प्रॉफिट ऐड कर देंगे हैं। सो ये दो मेन सोर्सिस ने प्रॉफिटेबल ऑर्गेनाइजेशन। सो अज दे अपना जो लैक्चर आ मैं 3 टॉपिक थोड़ा कवर अप किए हैं। मीनिंग किया, आप फीचर्स किए हैं एंड डिफरेंस बिटवीन प्रॉफिटेबल ऑर्गेनाइजेशन एंड नॉन प्रॉफिटेबल ऑर्गेनाइजेशन। सो आई होप कि थोड़ा ये टॉपिक समझ आ गया होगा। इफ यू हैव एनी प्रॉब्लम, एनी डाउट, then you are free to ask any question on my WhatsApp number, you can mail me, you can call me। but बहुत इंपॉर्टेंट चैप्टर है, बहुत ईजी चैप्टर है, ये चैप्टर पक्का थोड़ा क्वेश्चन आऊगा। सो थैंक यू वेरी मच।